अपनी अखां नूं बंद करके प्रार्थना करिए। अज मैं जिन्ना वचन सुना, ये वचन मेरी जिंदगी दे विच 100 गुना फल लैके आवे और ये फल यीशु दे नाम दे विच बनिया रवे। यीशु दे सामर्थी नाम दे विच आमीन। कटिए वर्ड नूं लूका दी इंजील दे विचों। थैंक यू जीसस, प्रेज जीसस। लूका चैप्टर 2, Luca capitolo 2 versetto 46 dal 46 fino a 51। Luca 2 ਦੀ 46 ਤੋਂ 51। ਅਤੇ ਐਉਂ ਹੋਇਆ ਜੋ ਉਹਨਾਂ ਨੇ 3 ਦਿਨਾਂ ਪਿੱਛੋਂ ਉਹਨੂੰ ਹੈਕਲ ਵਿੱਚ ਗੁਰੂਆਂ ਵਿਚਕਾਰ ਬੈਠਿਆ ਉਹਨਾਂ ਦੀਆਂ ਸੁਣਦਿਆਂ ਤੇ ਉਹਨਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ। ਅਤੇ ਸਾਰੇ ਸੁਣਨ ਵਾਲੇ ਉਹਦੀ ਸਮਝ ਅਤੇ ਉਹਦੇ ਉੱਤਰਾਂ ਤੋਂ ਹੈਰਾਨ ਹੋਏ। ਆਮੀਨ। तद वो उसनू वेख के अचरज होए अते उहदी माता ने उहनू आख्या, पुत्र तैं साडे नाल इह की कीता? वेख तेरा पिता अते मैं कल्पदे होए तैनू लभदे फिरे। उहने उहनां नू आख्या, कानू तुसीं मैनू लभदे सो? भला तुसीं नहीं जाणदे सो भई मैनू चाहीदा है जो अपने पिता दे कंमां विच लगा रहा। पर उहनां इस गल नू जिहड़ी उसने उहनां नू आखी ना समझिया। तां ओह यानी कि यीशु मसीह ਤਾਂ ਉਹ ਉਹਨਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਹਨਾਂ ਦੇ ਅਧੀਨ ਰਿਹਾ ਔਰ ਉਹਦੀ ਮਾਤਾ ਨੇ ਇਹਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ। ਆਮੀਨ। ਅੱਜ ਦਾ ਵਚਨ ਦਾ ਪੜਿਆ ਜਾਣਾ ਤੁਹਾਡੇ ਲਈ ਬਰਕਤ ਦਾ ਕਾਰਨ ਹੋਵੇ, ਸੁਣਿਆ ਜਾਣਾ ਤੁਹਾਡੇ ਲਈ ਬਰਕਤ ਦਾ ਕਾਰਨ ਹੋਵੇ। ਆਮੀਨ। ਬਾਈਬਲ ਦੱਸਦੀ ਹੈ ਯਿਸੂ ਮਸੀਹ ਮਾਤਾ ਮਰੀਮ ਦੇ ਨਾਲ, ਯੂਸਫ ਦੇ ਨਾਲ ਨਾਸਰਤ ਤੋਂ ਚੱਲ ਕੇ ਯਰੂਸ਼ਲਮ ਦੇ ਵਿੱਚ ਫਸਾਹ ਦੇ ਤਿਉਹਾਰ ਨੂੰ, ਫਸਾਹ ਦਾ ਤਿਉਹਾਰ ਜਿਹੜਾ ਫੈਸਟੀਵਲ ਮਨਾਉਣ ਦੇ ਲਈ ਆਉਂਦੇ ਆ। ਜਦੋਂ ਦਿਨ ਖਤਮ ਹੋ ਜਾਂਦੇ ਸੈਲੀਬ੍ਰੇਸ਼ਨ ਦੇ ਤੇ ਯਹੂਦੀ ਲੋਕ ਜਿੱਥੇ ਕਿੱਥੇ ਰਹਿੰਦੇ ਕਾਫਲੇ ਬੰਨ ਕੇ ਵਾਪਸ ਜਾਣਾ ਸ਼ੁਰੂ ਕਰਦੇ। ਲੇਕਿਨ ਬਾਈਬਲ ਦੱਸਦੀ ਯਿਸੂ ਮਸੀਹ ਦੀ ਏਜ, ਉਮਰ ਉਦੋਂ 12 ਸਾਲ ਦੀ ਸੀ ਔਰ ਉਹ ਉੱਥੇ ਹੀ ਰਹਿ ਗਏ ਹੈਕਲ ਦੇ ਵਿੱਚ ਹੀ, ਯਰੂਸ਼ਲਮ ਦੇ ਵਿੱਚ ਹੀ। ਤੇ ਮਾਤਾ ਮਰੀਮ ਨੇ ਜਾਂ ਪਿਤਾ ਯੂਸਫ ਨੇ ਸਮਝਿਆ ਕਿ ਉਹ ਇੱਥੇ ਹੀ ਕਾਫਲੇ ਦੇ ਵਿੱਚ, ਭੀੜ ਦੇ ਵਿੱਚ ਕਿਤੇ ਨਾ ਕਿਤੇ ਹੋਣਾ ਆ। ਜਦੋਂ ਬਹੁਤ ਅੱਗੇ ਲੰਘ ਗਏ ਉਹਨਾਂ ਨੇ ਭਾਲਣਾ ਸ਼ੁਰੂ ਕੀਤਾ ਤੇ ਯਿਸੂ ਮਸੀਹ ਕਿਤੇ ਵੀ ਲੱਭੇ ਨਹੀਂ। ਉਹ ਲੱਭਦੇ ਲੱਭਦੇ ਵਾਪਸ ਆਏ ਯਰੂਸ਼ਲਮ ਨੂੰ ਤੇ ਆ ਕੇ ਦੇਖਦੇ ਆ ਯਿਸੂ ਮਸੀਹ ਬਜ਼ੁਰਗਾਂ ਦੇ, ਫਰੀਸੀਆਂ ਦੇ, ਗਿਆਨਵਾਨ ਲੋਕਾਂ ਦੇ ਵਿੱਚ ਬੈਠੇ ਉਹਨਾਂ ਨੂੰ ਸਵਾਲ ਕਰ ਰਹੇ ਹੁੰਦੇ ਤੇ ਉਹਨਾਂ ਦੇ ਸਵਾਲਾਂ ਦੇ ਆਨਸਰ ਦੇ ਰਹੇ ਹੁੰਦੇ। ਆਮੀਨ। ਤੇ ਬਾਈਬਲ ਦੱਸਦੀ ਹੈ ਤੇ ਸਾਰੇ ਸੁਣਨ ਵਾਲੇ ਯਿਸੂ ਮਸੀਹ ਦੇ ਸਵਾਲਾਂ ਤੋਂ ਹੈਰਾਨ ਹੋ ਗਏ ਕਿ ਇਹ ਇਦਾਂ ਦੇ ਸਵਾਲ ਕਿੱਥੋਂ ਕਰਦਾ, ਇਹਨੂੰ ਇੰਨੀ ਸਮਝ ਕਿੱਥੋਂ ਆ ਗਈ। ਹਾਲੇਲੂਇਆ। ਬਾਈਬਲ ਦੱਸਦੀ ਆ ਫਿਰ ਕੀ ਹੁੰਦਾ ਕਿ ਉਹ ਯਿਸੂ ਮਸੀਹ ਨੂੰ ਨਾਲ ਲੈ ਕੇ ਮਾਤਾ ਮਰੀਮ, ਪਿਤਾ ਯੂਸਫ ਉਹਨੂੰ ਨਾਲ ਲੈ ਕੇ ਆਉਂਦੇ ਆ ਤੇ ਯਿਸੂ ਮਸੀਹ ਉਹਨਾਂ ਦੇ ਅਧੀਨ, ਉਹਨਾਂ ਦੇ ਅੰਡਰ ਰਹਿੰਦੇ ਆ। 12 ਸਾਲ ਦੀ ਉਮਰ ਆ, 30 ਸਾਲ ਦੀ ਉਮਰ ਤੱਕ ਉਹ ਅੰਦਰ ਹੀ ਰਹਿ, ਫਿਰ ਉਹਨਾਂ ਦੇ ਅਧੀਨ ਹੀ ਰਹੇ। ਅਗਰ ਤੁਸੀਂ ਇਸ ਵਚਨ ਨੂੰ ਮੈਡੀਟੇਟ ਕਰਦੇ ਆ ਤੇ ਯਿਸੂ ਮਸੀਹ ਇੱਥੇ ਇਨਫ ਸਟਰੋਂਗ ਸੀ ਨੌਲੇਜ ਦੇ ਵਿੱਚ, ਸਵਾਲ ਕਰਨ ਦੇ ਵਿੱਚ, ਸਵਾਲਾਂ ਦੇ ਆਨਸਰ ਦੇਣ ਦੇ ਵਿੱਚ ਇਨਫ ਸਟਰੋਂਗ ਸੀ। ਉੱਥੇ ਲੋਕ ਹੈਰਾਨ ਸੀ ਕਿ ਇਹਨੂੰ ਇਦਾਂ ਦੀ ਨੌਲੇਜ, ਇਦਾਂ ਦੇ ਸਵਾਲ, ਇਦਾਂ ਦੇ ਆਨਸਰ ਕਿੱਥੋਂ ਆ ਗਏ ਪਰਮੇਸ਼ਵਰ ਦੇ ਪ੍ਰਤੀ। ਲੇਕਿਨ ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਮਾਤਾ ਮਰੀਮ ਦੇ ਨਾਲ, ਪਿਤਾ ਯੂਸਫ ਦੇ ਨਾਲ ਉਸ ਜਗ੍ਹਾ ਤੋਂ ਚਲੇ ਗਏ ਔਰ ਜਾ ਕੇ ਉਹਨਾਂ ਦੇ ਅਧੀਨ ਰਹੇ। ਇਸ ਸਮੇਂ 12 ਸਾਲ ਦੀ ਉਮਰ ਤੇ ਯਿਸੂ ਮਸੀਹ ਨੇ ਜਿਹੜੀ ਸੇਵਕਾਈ ਸਟਾਰਟ ਕੀਤੀ ਪ੍ਰੋਪਰ 30 ਸਾਲ ਦੀ ਉਮਰ ਦੇ ਵਿੱਚ। ਮੀਨਸ ਕਿ 12 ਸਾਲ ਦੀ ਉਮਰ 'ਚ ਇਨਫ ਸਟਰੋਂਗ ਆ, ਇਨਫ ਭਰੇ ਹੋਏ ਆ, ਫਿਰ ਵੀ ਅਗਲੇ 18 ਸਾਲ ਉਹ ਅਧੀਨ ਰਹੇ, ਇੱਕ ਘਰ ਦੇ ਵਿੱਚ ਰਹੇ, ਕਿਉਂਕਿ ਯਿਸੂ ਮਸੀਹ ਜਾਣਦੇ ਸੀ ਮੇਰਾ ਸਮਾਂ ਅਜੇ ਨਹੀਂ ਆਇਆ। ਆਮੀਨ। ਮੇਰਾ ਸਮਾਂ ਅਜੇ ਨਹੀਂ ਆਇਆ। ਹਾਲੇਲੂਇਆ। ਯਿਸੂ ਮਸੀਹ ਨੇ ਵੇਟ ਕੀਤਾ ਆਪਣੇ ਸਮੇਂ ਦਾ। ਯਿਸੂ ਮਸੀਹ ਨੇ ਵੇਟ ਕੀਤਾ ਆਪਣੇ ਰਾਈਟ ਸਮੇਂ ਦਾ। ਬਾਈਬਲ ਦੱਸਦੀ ਹਰ ਕੰਮ ਦਾ ਇੱਕ ਵੇਲਾ ਹੈ। ਆਮੀਨ।
ਅੱਜ ਦਾ ਵਰਡ ਕਿਹੜਾ ਮੈਂ ਤੈਨੂੰ ਦੇਣਾ ਚਾਹੁੰਦਾ ਆ, ਜਸਟ ਵੇਟ ਨਹੀਂ, ਵੇਟ ਪੇਸ਼ੈਂਟਲੀ, ਸਬਰ ਦੇ ਨਾਲ ਇੰਤਜ਼ਾਰ ਕਰਨਾ। ਆਪਣੇ ਗਵਾਂਢੀ ਨੂੰ ਕਹੀਏ ਕਿ ਸਬਰ ਦੇ ਨਾਲ ਇੰਤਜ਼ਾਰ ਕਰਨਾ। ਆਮੀਨ। ਯਿਸੂ ਮਸੀਹ ਨੇ ਜਿਹੜਾ ਵੇਟ ਕੀਤਾ ਉਹ ਪੇਸ਼ੈਂਟਲੀ ਸਬਰ ਦੇ ਨਾਲ ਇੰਤਜ਼ਾਰ ਕੀਤਾ ਆਪਣੇ ਸਮੇਂ ਦਾ। ਉਹਨਾਂ ਕੋਲ ਜਿਹੜਾ ਗਿਆਨ ਵਾ, ਬਹੁਤ ਸਾਰੇ ਫਰੀਸੀਆਂ ਤੋਂ ਜ਼ਿਆਦਾ ਗਿਆਨ ਉਸ ਉਮਰ ਦੇ ਵਿੱਚ ਹੀ ਹੈਗਾ। ਫਰੀਸੀਆਂ ਤੋਂ ਜ਼ਿਆਦਾ ਨੌਲੇਜ 12 ਸਾਲ ਦੀ ਏਜ ਦੇ ਵਿੱਚ ਹੀ ਹੈਗੀ ਆ, ਲੇਕਿਨ ਵੇਟ ਕੀਤਾ ਰਾਈਟ ਮੂਵਮੈਂਟ ਦਾ, ਪੇਸ਼ੈਂਟਲੀ। ਅੱਜ ਆਪਾਂ ਵੇਟ ਕਰਨਾ ਆਪਣੇ ਸਮੇਂ ਦਾ, ਰਾਈਟ ਸਮੇਂ ਦਾ, ਰਾਈਟ ਮੂਵਮੈਂਟ ਦਾ। ਆਮੀਨ। ਮੈਂ ਕਿਉਂ ਕਹਿ ਰਿਹਾ ਵੇਟ ਪੇਸ਼ੈਂਟਲੀ ਜਾਂ ਸਬਰ ਦੇ ਨਾਲ ਇੰਤਜ਼ਾਰ? ਆਪਾਂ ਵੇਟ ਕਰ ਹੀ ਲੈਨੇ ਆ, ਜੇ ਵੇਟ ਨਾ ਕਰੋਗੇ ਤਾਂ ਕੀ ਕਰੋਗੇ? ਕਰਨਾ ਹੀ ਪੈਣਾ ਆ। ਹਾਲੇਲੂਇਆ। ਤੁਸੀਂ ਕਿਸੇ ਚੀਜ਼ ਦੀ ਵੇਟ ਕਰ ਰਹੇ ਹੋ, ਕਿਸੇ ਪ੍ਰਾਰਥਨਾ ਦੇ ਆਨਸਰ ਦੀ ਵੇਟ ਕਰ ਰਹੇ ਹੋ, ਵੇਟ ਨਹੀਂ ਕਰੋਗੇ ਤੇ ਕੀ ਕਰੋਗੇ? ਵੇਟ ਹੀ ਕਰਨਾ ਪੈਣਾ ਆ। ਲੇਕਿਨ ਵੇਟ ਪੇਸ਼ੈਂਟਲੀ, ਸਬਰ ਦੇ ਨਾਲ ਇੰਤਜ਼ਾਰ। ਜੋ ਸਬਰ ਦੇ ਨਾਲ ਇੰਤਜ਼ਾਰ ਆ ਵਿੱਚ ਹੁਣ ਤੋੜਾ ਖੋਈ ਕੋਈ ਰਹਿ ਨਹੀਂ ਗਈ, ਕਾਲਾਪਨ ਕੋਈ ਰਹਿ ਨਹੀਂ ਗਿਆ। ਹਾਲੇਲੂਇਆ। ਦੁਚਿੱਤਾਪਨ ਕੋਈ ਰਹਿ ਨਹੀਂ ਗਿਆ। ਆਰਾਮ ਦੇ ਨਾਲ ਦਾਊਦ ਕਹਿੰਦਾ ਖੁਦਾਵੰਦ ਨੂੰ ਉਡੀਕਦੀ ਰਹਿ ਆਰਾਮ ਨਾਲ ਮੇਰੀ ਜਾਨ। ਕਹਿੰਦਾ ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹੋਵਾ ਦੀ ਕਰਦਾ ਸਾਂ ਇੰਤਜ਼ਾਰੀ। ਹਾਲੇਲੂਇਆ। ਵੇਟ ਪੇਸ਼ੈਂਟਲੀ। ਅੱਜ ਇੰਤਜ਼ਾਰ ਕਰਨਾ ਸਬਰ ਦੇ ਨਾਲ। ਯਾਦ ਰੱਖੀਏ ਜ਼ਕਰੀਆ ਤੇ ਐਲਿਜ਼ਬeth ਨੂੰ, ਯੋਹੰਨਾ ਦੇ ਮਾਤਾ ਪਿਤਾ ਨੂੰ, ਉਹ ਹੈਕਲ ਦੇ ਵਿੱਚ ਡਿਊਟੀ ਕਰਦਾ ਵਾ ਐਜ਼ ਏ ਪਾਸਟਰ, ਲੇਕਿਨ ਬੇਔਲਾਦ ਆ, ਕੋਈ ਬੱਚਾ ਨਹੀਂ ਆ। ਉਮਰ ਢਲਣੀ ਸ਼ੁਰੂ ਹੋ ਗਈ, ਬੁਢਾਪੇ ਵੱਲ ਨੂੰ ਜਾਣੀ ਸ਼ੁਰੂ ਹੋ ਗਈ ਆ, ਲੇਕਿਨ ਉਹ ਵੇਟ ਕਰ ਰਹੇ ਆ ਪੇਸ਼ੈਂਟਲੀ, ਸਬਰ ਦੇ ਨਾਲ। ਜਿਹੜਾ ਵੇਟ, ਮੈਂ ਕਿਹਾ ਅਗਰ ਐਲਿਜ਼ਬeth ਜਾਂ ਜ਼ਕਰੀਆ, ਉਹਨਾਂ ਕੋਲ ਕੀ ਦੂਸਰਾ ਆਪਸ਼ਨ ਸੀਗਾ? ਜੇ ਉਹ ਵੇਟ ਨਾ ਕਰਦੇ ਤਾਂ ਕੀ ਕਰਦੇ? ਕੁਛ ਵੀ ਨਹੀਂ, ਵੇਟ ਹੀ ਸੀਗਾ। ਵੇਟ ਦਾ ਅਲਟਰਨੇਟਿਵ ਵੀ ਫਿਰ ਵੇਟ ਹੀ ਆ। ਲੇਕਿਨ ਸਬਰ ਦੇ ਨਾਲ ਵੇਟ ਕਰਨਾ, ਬਿਨਾਂ ਡਾਊਟ ਤੋਂ, ਬਿਨਾਂ ਤੋੜਾ ਖੋਈ ਤੋਂ, ਬਿਨਾਂ ਕਿਸੇ ਹਲਚਲ ਤੋਂ, ਆਰਾਮ ਦੇ ਨਾਲ ਪਰਮੇਸ਼ਵਰ ਦੀ ਯੋਜਨਾ ਨੂੰ ਪੂਰਾ ਹੁੰਦੇ ਵੇਖਦੇ ਆਪਾਂ। ਆਮੀਨ। ਉਸ ਚੀਜ਼ ਦਾ ਵੇਟ ਕਰਨਾ ਕਿ ਪਰਮੇਸ਼ਵਰ ਦੀ ਯੋਜਨਾ ਪੂਰੀ ਹੋਵੇਗੀ, ਪਰਮੇਸ਼ਵਰ ਮੇਰਾ ਸਮਾਂ ਲੈ ਕੇ ਆਵੇਗਾ, ਪਰਮੇਸ਼ਵਰ ਦਾ ਇੱਕ ਰਾਈਟ ਮੂਵਮੈਂਟ ਇੱਕ ਦਿਨ ਆਵੇਗੀ। ਆਮੀਨ। ਜਦੋਂ ਆਪਾਂ ਇਦਾਂ ਵੇਟ ਕਰਦੇ, ਯਿਸੂ ਮਸੀਹ ਨੇ ਇਦਾਂ ਹੀ ਵੇਟ ਕੀਤੀ, ਕਿਉਂਕਿ ਇਨਫ ਸਟਰੋਂਗ ਆ। ਅੱਗੇ ਹੀ ਉਹ ਸੇਵਕਾਈ ਸ਼ੁਰੂ ਕਰਨ ਤੇ ਕਰ ਸਕਦੇ ਹੋ। अब बच्चे कुछ अपने म्यूजिक सीख रहे हैं आ दिनों दे विच। जे टीचर्स आ, गुरु आ, वो ये दसदे आ स्टार्टिंग दे विच तुहाडी स्पीड हत्थ दी, चाहे हारमोनीयम आ, ढोलका, ढोल, तब कुछ भी आ, कोई इंस्ट्रूमेंट आ, जिन्ना ज़्यादा तुसी स्लो वजाउण ते पकड़ करोगे, जिन्नी ज़्यादा तुसी ठहराव तुहाडे विच होवेगा, तुहाडी स्पीड भी उन्नी परफेक्ट होवेगी। आमीन। जो तुहाडे विच ठहराव निगा, तुसी स्लो तुहाडी पकड़ नहीं गी, स्लो दे विच तुसी कच्चे आ, तुहाडी स्पीड भी डावाडोल आ। हालेलुया। एक वर्ड कढिए हिब्रू दे विचों, इब्रानिया दे विचों 12 अध्याय, इब्राई कैपिटल 12 versetto primo, इब्रानिया 12 ਦੀ ਪਹਿਲੀ ਆਇਤ। उपरंत जदों गवाहां दे इन्ने वड्डे बदल ने सानू घेरिया होया है, तां आओ असी भी हरेक पार अते उस पाप नू जेड़ा सहज नाल सानू फसा लैंदा है परे सुट के उस दौड़ विच जो साडे सामने पई है सबर नाल दौड़िए। आमीन। ओ दौड़ जिहड़ी साडे सामने पई आ, ओनू सबर दे नाल दौड़िए। आमीन। बाइबल ये नहीं कह रही, सबर का मीनिंग ये नहीं गा कि तुसी हाथ ते हाथ धर के बैठे हैं। सबर का मीनिंग ये नहीं गा
ਤੁਸੀਂ ਆਪਣੇ ਚੁੱਪ ਕਰਕੇ ਬੈਠੇ ਆ। ਬਾਈਬਲ ਦੱਸਦੀ ਆ ਜਿਹੜੀ ਦੌੜ ਤੁਹਾਡੇ ਸਾਹਮਣੇ ਪਈ ਆ ਉਹਨੂੰ ਸਬਰ ਦੇ ਨਾਲ ਦੌੜੀਏ। ਆਮੀਨ। ਦੌੜਨਾ ਵੀ ਆ ਲੇਕਿਨ ਸਬਰ ਦੇ ਨਾਲ, ਵੇਟ ਕਰਨਾ ਪੇਸ਼ੈਂਟਲੀ, ਸਬਰ ਦੇ ਨਾਲ। ਅਗਰ ਤੁਸੀਂ ਕਿਸੇ ਪ੍ਰਾਰਥਨਾ ਦੇ ਆਨਸਰ ਦਾ ਵੇਟ ਕਰ ਰਹੇ ਹੋ ਨਾ, ਸਬਰ ਦੇ ਨਾਲ, ਤਸੱਲੀ ਦੇ ਨਾਲ, ਕਨਫਰਮ ਹੋ ਕੇ ਕਿ ਪਰਮੇਸ਼ਵਰ ਇੱਕ ਦਿਨ ਲੈ ਕੇ ਆਵੇਗਾ। ਆਮੀਨ। ਔਰ ਤੁਸੀਂ ਦੇਖੋਗੇ ਤੁਹਾਡੀ ਗਵਾਹੀ ਸ਼ੋਰ ਆ, ਤੁਹਾਡੀ ਟੈਸਟਮਨੀ ਸ਼ੋਰ ਆ, ਤੁਹਾਡੀ ਟੈਸਟਮਨੀ ਸ਼ੋਰ ਆ। ਆਮੀਨ। ਯਿਸੂ ਮਸੀਹ ਨੂੰ ਪਤਾ ਸੀ ਮੇਰੇ 'ਚ ਇਨਫ ਨੌਲੇਜ ਹੈਗੀ ਆ, ਇਨਫ ਸਮਰਥ ਹੈਗੀ ਆ, ਲੇਕਿਨ ਸਟਿਲ ਹਜੇ ਮੈਨੂੰ ਟ੍ਰੇਨਿੰਗ ਦੀ ਲੋੜ ਆ, ਅਧੀਨਗੀ ਦੀ ਲੋੜ ਆ। ਸੈਕਿੰਡ ਹਜੇ ਮੇਰਾ ਸਮਾਂ ਨਹੀਂ ਆਇਆ। ਆਮੀਨ। ਆਪਣੇ ਸਮੇਂ ਦਾ ਇੰਤਜ਼ਾਰ ਕਰੀਏ। ਕਿ ਯਿਸੂ ਮਸੀਹ ਦੇ ਕੋਲ ਬਾਈਬਲ ਦੱਸਦੀ ਨਹੀਂ ਕਿ ਜਿਹੜੇ ਗੁਰੂ ਸੀਗੇ, ਪ੍ਰਧਾਨ ਸੀ, ਗ੍ਰੰਥੀ ਸੀ, ਯਿਸੂ ਮਸੀਹ ਨੂੰ ਸਵਾਲ ਪੁੱਛਦੇ ਸੀਗੇ ਕਿ ਉਹਨਾਂ ਦੇ ਕੋਲ ਆਨਸਰ ਨਹੀਂ ਸੀਗੇ, ਤੇ ਜਿਹੜੇ ਉਹ ਸਵਾਲ ਕਰਦੇ ਸੀ ਯਿਸੂ ਮਸੀਹ ਝੱਟ ਕੀਤੇ ਆਨਸਰ ਦੇ ਦਿੰਦੇ ਸੀ। ਤੇ ਹੁਣ ਤਿਆਰੀ ਹੋ ਨਹੀਂ ਗਈ ਕਿ ਉੱਠ ਕੇ ਬਸ ਕਰੀਏ ਕੰਮ ਸ਼ੁਰੂ, ਲੇਕਿਨ ਹਜੇ ਰਾਈਟ ਮੂਮੈਂਟ ਨਹੀਂ ਸੀ, ਸਹੀ ਸਮਾਂ ਹਜੇ ਨਹੀਂ, ਹਜੇ ਵੇਟ ਦੀ ਲੋੜ ਸੀ। ਵੇਟ ਪੇਸ਼ੈਂਟਲੀ, ਸਬਰ ਦੇ ਨਾਲ ਇੰਤਜ਼ਾਰ ਕਰਨਾ। ਕਿਉਂਕਿ ਅਗਰ ਤੁਹਾਡੇ ਵਿੱਚ ਸਬਰ ਨਿਗਾ, ਸਬਰ ਉਹ ਜਿਹੜਾ ਪੇਸ਼ੈਂਟਲੀ ਬਾਈਬਲ ਦੱਸਦੀ ਆ, ਇਹਦਾ ਮਤਲਬ ਤੁਹਾਡੇ ਉੱਤੇ, ਆਪਣੇ ਆਪ ਦੇ ਉੱਤੇ ਵਸ ਨਹੀਂਗਾ। ਬਾਈਬਲ ਦੱਸਦੀ ਆ ਜਿਸ ਇਨਸਾਨ ਦਾ ਆਪਣੇ ਉੱਤੇ ਕੰਟਰੋਲ ਨਹੀਂ ਆ, ਵਸ ਨਹੀਂ ਆ, ਉਹ ਉਸ ਸ਼ਹਿਰ ਵਰਗਾ ਵਾ ਜਿਹਦੀਆਂ ਕੰਧਾਂ ਸ਼ਹਿਰ ਪਨਾਹ ਟੱਠੀ ਹੋਈ ਆ। ਕਹਾਵਤਾਂ ਦੇ ਵਿੱਚ ਲਿਖਿਆ, ਪ੍ਰੋਵਰਬੀ ਦੇ ਵਿੱਚ ਲਿਖਿਆ ਆ। ਤੇ ਜਦੋਂ ਸ਼ਹਿਰ ਪਨਾਹ ਟੱਠੀ ਆ, ਕਿਉਂਕਿ ਪੁਰਾਣੇ ਸ਼ਹਿਰ ਜਿਹੜੇ ਕੰਧਾਂ ਦੇ ਨਾਲ ਕਵਰ ਹੁੰਦੇ ਸੀਗੇ ਕਿ ਤਾਂ ਕਿ ਦੁਸ਼ਮਣ ਅਟੈਕ ਨਾ ਕਰ ਸਕੇ। ਜਦੋਂ ਕੰਧਾਂ ਹੀ ਟੱਠੀਆਂ ਹੋਈਆਂ ਵਾ ਤੇ ਸ਼ੈਤਾਨ ਜਦੋਂ ਮਰਜ਼ੀ ਆਵੇ, ਐਨੀਮੀ ਜਦੋਂ ਮਰਜ਼ੀ ਆਵੇ, ਆਪਾਂ ਸੁੱਤੇ ਹੋਇਆ ਉਹ ਅਟੈਕ ਕਰਕੇ ਆਰਾਮ ਦੇ ਨਾਲ ਚਲਿਆ ਜਾਵੇਗਾ। ਅਗਰ ਧੀਰਜ ਤੁਹਾਡੇ ਵਿੱਚ ਹੈਗਾ, ਸਬਰ ਤੁਹਾਡੇ ਵਿੱਚ ਹੈਗਾ, ਉਹ ਸਬਰ ਜਿਹੜਾ ਪੇਸ਼ੈਂਟਲੀ ਆਰਾਮ ਦੇ ਨਾਲ ਸਬਰ ਕਰਕੇ ਬੈਠੇ, ਪਰਮੇਸ਼ਵਰ ਦੀ ਯੋਜਨਾ ਨੂੰ ਪੂਰਾ ਹੋਣ ਦੇ ਲਈ ਆਪਾਂ ਵੇਟ ਕਰ ਰਹੇ ਹਾਂ, ਤੁਸੀਂ ਕਦੇ ਵੀ ਸ਼ਰਮਿੰਦਾ ਨਹੀਂ ਹੋਵੋਗੇ। ਆਮੀਨ। ਔਰ ਯਿਸੂ ਮਸੀਹ ਨੇ ਸਬਰ ਕੀਤਾ ਪੇਸ਼ੈਂਟਲੀ। ਤਿਆਰੀ ਪਹਿਲਾਂ ਵੀ ਹੈਗੀ ਸੀਗੀ, ਸਭ ਕੁਝ ਯਿਸੂ ਮਸੀਹ ਨੂੰ ਪਤਾ ਹੀ ਸੀ। ਯਿਸੂ ਮਸੀਹ ਪੈਦਾ ਹੀ ਪਵਿੱਤਰ ਆਤਮਾ ਤੋਂ ਹੋਏ ਸੀ, ਸਾਮਰਥ ਵੀ ਹੈਗੀ, ਸਾਰਾ ਕੁਝ ਹੈਗਾ ਸੀ। ਹਾਲੇਲੂਇਆ। ਲੇਕਿਨ ਜਿੱਦਣ ਰਾਈਟ ਸਮਾਂ ਆਇਆ, ਐਸਾ ਖੜੇ ਹੋਏ ਯਿਸੂ ਮਸੀਹ 3.5 ਸਾਲਾਂ ਵਿੱਚ ਦੁਨੀਆ ਹਿਲਾ ਕੇ ਰੱਖ ਦਿੱਤੀ। ਆਮੀਨ। ਤੇ ਜਦੋਂ ਤੁਸੀਂ ਆਪਣੀ ਰਾਈਟ ਮੂਵਮੈਂਟ ਤੇ ਖੜੇ ਹੋਵੋਗੇ ਕਿਸੇ ਵੀ ਚੀਜ਼ ਦੇ ਲਈ, ਤੁਸੀਂ ਦੇਖੋਗੇ ਤੁਸੀਂ ਫੇਲ ਨਹੀਂ ਹੋਵੋਗੇ, ਤੁਸੀਂ ਪਾਸ ਹੋਵੋਗੇ। ਫੇਲੀਅਰ ਤੁਹਾਡਾ ਹਿੱਸਾ ਉਦੋਂ ਨਹੀਂ ਹੋਵੇਗਾ, ਹਾਰ ਤੁਹਾਡਾ ਹਿੱਸਾ ਉਦੋਂ ਨਹੀਂ ਹੋਵੇਗੀ ਜਦੋਂ ਵੇਟ ਕਰੋਗੇ ਪੇਸ਼ੈਂਟਲੀ ਆਪਣੇ ਰਾਈਟ ਮੂਵਮੈਂਟ ਦਾ, ਰਾਈਟ ਸਮੇਂ ਦਾ। ਆਮੀਨ। ਯੂਸਫ ਨੇ ਸੁਪਨੇ ਦੇਖੇ ਆ, ਲੇਕਿਨ ਜਿੱਦਾਂ ਦੇ ਸੁਪਨੇ ਵੇਖੇ ਉਦਾਂ ਦਾ ਕੁਝ ਹੋ ਹੀ ਨਹੀਂ ਰਿਹਾ। ਜਿਹੜੇ ਸੁਪਨੇ ਵੇਖੇ ਆ ਸਾਰਾ ਕੁਝ ਉਹ ਤੋਂ ਉਲਟ ਹੋ ਰਿਹਾ ਆ। ਵੇਟ ਪੇਸ਼ੈਂਟਲੀ, ਉਹ ਵੇਟ ਕਰਦਾ ਰਿਹਾ ਪੇਸ਼ੈਂਟਲੀ। ਯੂਸਫ ਵੇਟ ਨਹੀਂ ਕਰਦਾ ਤਾਂ ਫਿਰ ਕੀ ਕਰਦਾ? ਉਹ ਕਹਿੰਦਾ ਮੈਂ ਨਹੀਂ ਇੰਤਜ਼ਾਰ ਕਰਨਾ ਪਰਮੇਸ਼ਵਰ ਕਹਿੰਦਾ ਫਿਰ ਕਰ ਲੈ ਜੋ ਕਰਨਾ, ਨਹੀਂ ਕਰਨਾ ਕੀ ਕਰ। ਲੇਕਿਨ ਇੰਪੋਰਟੈਂਟ ਇਹ ਆ, ਉਹਨੇ ਜਸਟ ਵੇਟ ਨਹੀਂ ਕੀਤਾ, ਵੇਟ ਪੇਸ਼ੈਂਟਲੀ, ਸਬਰ ਦੇ ਨਾਲ। ਪਰਮੇਸ਼ਵਰ ਮੈਂ ਵੇਟ ਕਰਾਂਗਾ ਤੇਰੀ ਯੋਜਨਾ ਨੂੰ ਪੂਰੇ ਹੋਣ ਦੇ ਲਈ, ਮੈਂ ਵੇਟ ਕਰਾਂਗਾ ਤੇਰੇ ਸਹੀ ਸਮੇਂ ਦਾ, ਮੈਂ ਵੇਟ ਕਰਾਂਗਾ ਤੇਰੀ ਰਾਈਟ ਮੂਵਮੈਂਟ ਦਾ, ਮੈਂ ਉਸ ਸਮੇਂ ਦਾ ਵੇਟ ਕਰਾਂਗਾ ਜਿਹੜਾ ਤੂੰ ਲੈ ਕੇ ਆਵੇਂਗਾ, ਮੈਂ ਤੇਰੀ ਯੋਜਨਾ ਨੂੰ ਪੂਰਾ ਹੋਣ ਦੇ ਲਈ ਵੇਟ ਕਰਾਂਗਾ। ਇਹ ਵੇਟ ਆ ਪੇਸ਼ੈਂਟਲੀ, ਸਬਰ ਦੇ ਨਾਲ। ਦੌੜੀਏ ਲੇਕਿਨ ਸਬਰ ਦੇ ਨਾਲ। ਬਾਈਬਲ ਇਹ ਨਹੀਂ ਕਹਿੰਦੀ ਕਿ ਤੁਸੀਂ ਹੱਥ ਤੇ ਹੱਥ ਧਰ ਕੇ ਬਹਿ ਜਾਓ ਸਬਰ ਦੇ ਨਾਲ, ਜਾਂ ਹੌਲੀ ਹੌਲੀ ਚੱਲ ਲਓ ਸਬਰ ਦੇ ਨਾਲ। ਬਾਈਬਲ ਦੌੜਨ ਦੇ ਲਈ ਕਹਿੰਦੀ, ਲੇਕਿਨ ਸਬਰ ਦੇ ਨਾਲ। ਆਮੀਨ। ਯਿਸੂ ਦੇ ਨਾਮ 'ਚ ਤੁਸੀਂ ਦੌੜੋਗੇ,
ਤੁਸੀਂ ਦੌੜੋਗੇ, शैतान ताड़ी स्पीड स्लो ना कर पावे, और ताड़ी वेलोसिटी स्लो ना कर पावे। तुसी जिस फील्ड में जाओगे दौड़ोगे। आमीन। लेकिन याद रखना, जो दौड़न लगे सबर नूं नाल नाल रखना है, सबर नूं अपने इत्थे रखना है। हालेलुया। क्योंकि दौड़न वाला भी अगर ध्यान इधर उधर होवे है ना, वो भी डिग जाता है। अपना ध्यान सीधा की लिखा कि तेरिया जड़ियां अखां वा नक दी सेध नूं वेखदियां, सीधा परमेश्वर दे वल वेखदे रहना है। आमीन। और सबर रखना। मैं साजां दी एग्जाम्पल दी आ। टीचर्स जिहड़े बेसिकल दसदे आ कि ताल दसदे, कोई राग दसदे आ। ਜਿਹੜੇ ਪਹਿਲਾਂ ਨਵੇਂ ਸਟੂਡੈਂਟ ਹੁੰਦੇ ਨੇ ਉਹ ਤੇਜ਼ ਵਜਾ ਕੇ ਦਿਖਾਉਂਦੇ ਆ, ਸਰ ਨੂੰ ਲੱਗੇ ਕਿ ਇਹਨੂੰ ਆਉਂਦਾ ਆ, ਉਹ ਕਹਿੰਦੇ ਗਲਤ ਵਾ, ਤੂੰ ਜਿੰਨਾ ਹੌਲੀ ਵਜਾ ਸਕਦਾ ਉਨਾ ਹੌਲੀ ਇਹਨੂੰ ਵਜਾ। ਜਿੰਨਾ ਹੌਲੀ ਤੇਰੀ ਪ੍ਰੈਕਟਿਸ ਹੋਊਗੀ, ਜਿੰਨੀ ਹੌਲੀ ਦੇ ਵਿੱਚ ਤੇਰੀ ਪਕੜ ਹੋਵੇਗੀ, ਤੇਰੀ ਸਪੀਡ ਓਨੀ ਜ਼ਿਆਦਾ ਪਰਫੈਕਟ ਹੋਵੇਗੀ। ਆਮੀਨ। ਜਿੰਨਾ ਤੁਹਾਡੇ ਵਿੱਚ ਸਬਰ ਹੋਵੇਗਾ, ਮੈਂ ਕਿਹਾ ਮਸੀਹ ਦੇ ਵਿੱਚ ਤੁਹਾਡੀ ਸਪੀਡ ਵੀ ਓਨੀ ਜ਼ਿਆਦਾ ਤੇਜ਼ ਹੋਵੇਗੀ। आत्मा भी तेरी स्पीड भी उन्नी ज्यादा तेज होगी। अगर सबर ही है नहीं गा ते काली, जो बंदा ज्यादा काली करता बहुत गलतियां करता। फिर सबर रखना परमेश्वर दे विच। जिहड़ी तुहाडी ब्लैसिंग आ कोई दूसरा ले नहीं सकता। मैं तुहानू क्लीयर दस रहा हां, जिथे तुहानू परमेश्वर ने खड़ा करना उत्थे कोई दूसरा खड़ा हो नहीं सकता। ए श्योर आ, ए श्योर आ। आमीन। लेकिन इंपॉर्टेंट यह है कि तुसी सबर कर रहे हैं, वेट कर रहे हैं, इंतजार कर रहे हैं, सबर दे नाल वेट कर रहे हैं पेशेंटली। इंतजार तो करना ही पैना, तुहानू चंगा लगे चाहे ना लगे, लेकिन वो इंतजार जिहड़ा सबर दे नाल कीता गया परमेश्वर नू खुश करदा आ, वो परमेश्वर दी योजना नू पूरा करदा आ। सबर दे नाल इंतजार करना, सब कुछ परमेश्वर दे हाथ दे विच दित्ता होया, सब कुछ परमेश्वर दे उत्ते छड्डिया होया है। परमेश्वर मेरी नहीं तेरी मर्जी पूरी हो। ते वचन दसदा, वो कहंदा ਜਿਹੜੀਆਂ ਮੇਰੀਆਂ ਸੋਚਾਂ ਤੁਹਾਡੇ ਲਈ ਆ ਉਹ ਤੁਹਾਡੇ ਭਲੇ ਦੀਆਂ ਆ, ਉਹ ਤੁਹਾਡੀ ਗੁੱਡਨੈਸ ਦੀਆਂ ਆ। ਆਮੀਨ। ਪਰਮੇਸ਼ਵਰ ਦੇ ਸਮੇਂ ਦਾ ਇੰਤਜ਼ਾਰ ਕਰਨਾ ਪੇਸ਼ੈਂਟਲੀ, ਸਬਰ ਦੇ ਨਾਲ। ਹਰ ਬੇਚੈਨੀ ਤੁਹਾਨੂੰ ਛੱਡ ਕੇ ਜਾਵੇ, ਤੋੜਾ ਖੋਈ ਤੁਹਾਨੂੰ ਛੱਡ ਕੇ ਜਾਵੇ, ਹਰ ਸਟਰਗਲ ਤੁਹਾਨੂੰ ਛੱਡ ਕੇ ਜਾਵੇ, परेशानियां तानू छड़ के जान, तो चित्तेपन तानू छड़ के जान, यीशु दे सामर्थी नाम दे विच। आमीन। आपां वर्ड दे विचों पढ़ चुके हैं, कलाम तानू दौड़न दे लई कहंदा वा, क्योंकि जिहड़े लोग मसीह दे विच आ वो दौड़दे आ, उन्हां दी स्पीड। हालेलुया। शैतान तुहानू फड़ नहीं सकता, तुहाडी स्पीड इन्नी होवेगी। टाइम तुहानू फड़ नहीं सकता। आमीन। याद रखिए, वेट जिहड़ा पेशेंटली आ, इंतजार जिहड़ा सबर दे नाल करदे आ ना, इहनू अपनी लाइफ दा हिस्सा बनाउणा है, हिस्सा बनाउणा है। शैतान तुहानू फेल करके चले जांदा, तुहानू धोखा दे के चले जांदा बड़े आराम दे नाल, क्योंकि कंधां टट्ठियां होईयां आ। अपनी कंधां नू मजबूत करो। परमेश्वर दा आत्मा तुहाडियां कंधां नू मजबूत करे, तुहाडियां आत्मिक कंधां मजबूत हो जाण, तुहाडी आत्मिक शहरपना मजबूत हो जावे। आमीन। हालेलुया। क्योंकि जो तुहाडियां कंधां मजबूत आ, एनिमीज़ दे लई डिफिकल्ट वा तुहाडे उत्ते अटैक करना। और याद रखना, मैं फिर कह रहा, मैं मंगलवार मरते दी जिहड़ी बच्चों की मीटिंग हुंदी आ, जवान भी हुंदे बच्चे भी हुंदे आ, ਉਹਦੇ ਵਿੱਚ ਵਰਡ ਇਹਨਾਂ ਨੂੰ ਦਿੱਤਾ ਸੀਗਾ ਕਿ ਲੇਜ਼ੀਨੈਸ, ਪਿਗਰੀਸੀਆ ਸੁਸਤਪੁਣਾਵਾਂ ਨੂੰ ਆਪਣੇ ਤੋਂ ਦੂਰ ਕਰਨਾ ਆ। मैं बहुत सारे एग्जाम्पल वर्ड ਦੇ ਵਿੱਚੋਂ ਦਿੱਤੀਆਂ ਸੀਗੀਆਂ। ਸੁਸਤੀ ਦੇ ਕਾਰਨ ਲੋਕਾਂ ਨੇ ਆਪਣੀਆਂ
ਵੱਡੇ ਵੱਡੇ ਜਿਹੜੇ ਅਸਾਈਨਮੈਂਟ ਪਰਮੇਸ਼ਵਰ ਨੇ ਰੱਖੇ ਹੋਏ ਸੀ ਉਹ ਗਵਾ ਲਏ ਸੁਸਤੀ ਦਾ ਕਰਕੇ। ਜਿਹੜਾ ਸਬਰ ਦੀ ਮੈਂ ਗੱਲ ਕਰ ਰਿਹਾ, ਮੈਂ ਤੁਹਾਨੂੰ ਸੁਸਤੀ ਦੀ ਗੱਲ ਨਹੀਂ ਕਰ ਰਿਹਾ ਕਿ ਸੁਸਤ ਹੋ ਕੇ ਬੈਠ ਜਾਣਾ। ਬਾਈਬਲ ਕਹਿੰਦੀ ਦੌੜੋ ਸਬਰ ਦੇ ਨਾਲ। ਆਮੀਨ। मैं सबर कह रहा, इदा नहीं कह रहा कि बस बैठ जाओ चुप करके कुर्सी ते। दौड़ो सबर दे नाल, पेशेंटली। इस गल याद रखते हुए कि मेरी जित मेरे परमेश्वर तो आ, मेरे अगे मेरा परमेश्वर चलता है। परमेश्वर मेरे रस्तियां नूं खोलेगा, परमेश्वर मेरे लिए मुहैया करेगा, परमेश्वर मैनूं जित देवेगा। जो इदा दौड़ते हैं तुसीं देखते हैं सबर भी तुहाडी लाइफ च रहिंदा ते तुसीं जित भी जाने।